ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਗੁਰਬਾਣੀ ਕੀਰਤਨ ਆਪ ਜੀ ਨੇ ਬੜੇ ਪਿਆਰ ਨਾਲ ਸ਼ਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਗੁਰਬਾਣੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਆਪਾਂ ਸ਼ੁੱਕਰਵਾਰ ਵਾਲੇ ਦਿਨ ਬਾਬਾ ਫਰੀਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜੋ ਸ਼ਲੋਕਾਂ ਦੇ ਰੂਪ ਵਿੱਚ ਦਰਜ ਹੈ ਉਸ ਨੂੰ ਸਮਝ ਰਹੇ ਹਾਂ। ਸੋ ਅੱਜ ਆਪਾਂ ਸ਼ਲੋਕ ਨੰਬਰ 86 ਤੋਂ 88 ਤੱਕ ਸਮਝਣ ਦੀ ਕੋਸ਼ਿਸ਼ ਕਰਾਂਗੇ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1382 ਤੇ ਦਰਜ ਹਨ। ਇਸ ਤੋਂ ਪਹਿਲਾਂ ਦੱਸਣਾ ਚਾਹਾਂਗਾ 17 ਮਈ ਵਾਲੇ ਦਿਨ ਪੰਜਾਬ ਦੇ ਅੰਦਰ 1746 ਈਸਵੀ ਨੂੰ ਇਹ ਘੱਲੂਘਾਰਾ ਵਾਪਰਿਆ ਸੀ, ਜਿਸ ਨੂੰ ਛੋਟਾ ਘੱਲੂਘਾਰਾ ਆਖਦੇ ਹਾਂ। ਵੈਸੇ ਸਿੱਖ ਇਤਿਹਾਸ ਇਹ ਇਤਿਹਾਸ ਹੀ ਘੱਲੂਘਾਰਿਆਂ ਦਾ ਹੈ। ਬਹੁਤ ਘੱਲੂਘਾਰੇ ਵਾਪਰੇ ਨੇ, ਬਹੁਤ ਸਾਕੇ ਵਾਪਰੇ ਨੇ, ਬਹੁਤ ਵਾਰੀ ਕਤਲੇਆਮ ਹੋਇਆ, ਬਹੁਤ ਵਾਰੀ ਸ਼ਹਾਦਤਾਂ ਹੋਈਆਂ ਨੇ। ਉਹਨਾਂ ਵਿੱਚੋਂ ਹੀ ਇੱਕ ਇਹ ਘੱਲੂਘਾਰਾ ਹੈ ਜੋ ਕਾਹਨੂੰਵਾਨ ਦੇ ਸ਼ੰਭ ਜ਼ਿਲ੍ਹਾ ਗੁਰਦਾਸਪੁਰ ਤੇ ਵਾਪਰਿਆ ਸੀ। ਇਸ ਦੇ ਵਾਪਰਨ ਦਾ ਜੋ ਕਾਰਨ ਹੈ, ਲਖਪਤ ਰਾਏ ਲਾਹੌਰ ਦੇ ਅੰਦਰ ਉਸ ਵਕਤ ਗਵਰਨਰ ਸੀ ਯਹੀਆ ਖਾਨ, ਉਸ ਦੇ ਕੋਲ ਨੌਕਰੀ ਕਰਦਾ ਸੀ। ਉਸ ਦਾ ਭਰਾ ਸੀ ਜਸਪਤ ਰਾਏ, ਜੋ ਸਿੰਘਾਂ ਦੇ ਹੱਥੋਂ ਜਸਪਤ ਰਾਏ ਦੀ ਗਲਤੀ ਕਾਰਨ ਹੀ ਮਾਰਿਆ ਗਿਆ। ਜਸਪਤ ਰਾਏ ਦੇ ਮਰਨ ਦੀ ਜਦੋਂ ਖਬਰ ਲਖਪਤ ਰਾਏ ਨੂੰ ਲਾਹੌਰ ਵਿੱਚ ਮਿਲੀ, ਉਸ ਨੇ ਯਹੀਆ ਖਾਨ ਦੇ ਕੋਲ ਜਾ ਕੇ ਕਸਮ ਲਈ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾ ਕੇ ਫਿਰ ਸਿਰ ਤੇ ਪੱਗ ਬੰਨਾਂਗਾ। ਬਹੁਤ ਵੱਡੀ ਭਾਰੀ ਫੌਜ ਲੈ ਕੇ ਉਸ ਨੇ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਕਤਲੇਆਮ ਲਾਹੌਰ ਤੋਂ ਸ਼ੁਰੂ ਕੀਤਾ ਸੀ। ਉਹਨੂੰ ਪਤਾ ਲੱਗਾ ਸਿੰਘ ਕਾਹਨੂੰਵਾਨ ਦੇ ਸ਼ੰਭ ਤੇ ਇਕੱਠੇ ਹੋਏ ਨੇ ਤੇ ਭਾਰੀ ਫੌਜ ਲੈ ਕੇ ਉੱਥੇ ਪਹੁੰਚਿਆ, ਜਿੱਥੇ ਤਕਰੀਬਨ ਇਤਿਹਾਸ ਦੱਸਦਾ ਹੈ ਕਿ 9-10 ਹਜ਼ਾਰ ਸਿੰਘ ਸ਼ਹੀਦ ਹੋਏ ਸਨ। ਤੇ ਯਹੀਆ ਖਾਨ ਆਖੀਏ ਜਾਂ ਲਖਪਤ ਰਾਏ, ਉਹਨਾਂ ਦੀਆਂ ਫੌਜਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ ਸੀ। ਸੋ ਇਹ ਉਹਨਾਂ 9-10 ਹਜ਼ਾਰ ਸਿੰਘ ਸਿੰਘਣੀਆਂ ਦੀ ਯਾਦ ਅੰਦਰ 17 ਮਈ ਨੂੰ ਛੋਟੇ ਘੱਲੂਘਾਰੇ ਵਜੋਂ ਇਸ ਦਿਨ ਨੂੰ ਯਾਦ ਕੀਤਾ ਜਾਂਦਾ ਹੈ ਤੇ ਉਹਨਾਂ ਮਹਾਨ ਪੁਰਸ਼ਾਂ ਦੀਆਂ ਸ਼ਹਾਦਤਾਂ ਨੂੰ ਸਿਜਦਾ ਕੀਤਾ ਜਾਂਦਾ ਹੈ, ਸਿਰ ਝੁਕਾਇਆ ਜਾਂਦਾ ਹੈ। ਆਓ ਵਿਚਾਰ ਕਰਦੇ ਹਾਂ। ਇਹ ਜਿਹੜਾ ਸ਼ਲੋਕ ਨੰਬਰ 85 ਆਪਾਂ ਪਿਛਲੇ ਸ਼ੁੱਕਰਵਾਰ ਸਮਝ ਰਹੇ ਸੀ, ਜਿਸ ਵਿੱਚ ਫਰੀਦ ਸਾਹਿਬ ਸਾਨੂੰ ਇਹ ਗੱਲ ਸਮਝਾਉਂਦੇ ਸਨ ਕਿ ਜਿਹੜਾ ਆਦਮੀ ਜਿਹਦਾ ਦਿਨ ਸੁੱਖ ਨਾਲ ਨਹੀਂ ਗੁਜ਼ਰਦਾ,
ਉਹਦੀ ਰਾਤ ਵੀ ਸੁੱਖ ਨਾਲ ਕਦੇ ਨਹੀਂ ਗੁਜ਼ਰ ਸਕਦੀ। ਰਾਤ ਸੁੱਖ ਦੀ ਨੀਂਦ ਸੌਣ ਵਾਸਤੇ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣਾ ਦਿਨ ਚੰਗਾ ਬਣਾਵੇ, ਦਿਨ ਵਿੱਚ ਚੰਗੇ ਕਰਮ ਕਰੇ, ਦਿਨ ਵਿੱਚ ਲੋਕਾਂ ਨਾਲ ਪਿਆਰ ਮੁਹੱਬਤ ਰੱਖੇ, ਮਾਨਵਤਾ ਦੀ ਭਲਾਈ ਦੇ ਕੰਮ ਕਰੇ, ਕੋਈ ਸੇਵਾ ਕੋਈ ਸਿਮਰਨ ਕਰੇ, ਤਾਂ ਜੋ ਉਸ ਦਾ ਦਿਨ ਸੌਖਾ ਤੇ ਸ਼ਾਂਤਮਈ ਗੁਜ਼ਰੇ। ਜੇ ਇਸ ਤਰ੍ਹਾਂ ਦਿਨ ਸੌਖਾ ਸ਼ਾਂਤਮਈ ਗੁਜ਼ਰੇਗਾ ਤੇ ਰਾਤ ਨੂੰ ਬੜੀ ਚੰਗੀ ਨੀਂਦ ਆਏਗੀ ਤੇ ਰਾਤ ਵੀ ਸੁੱਖ ਨਾਲ ਗੁਜ਼ਰ ਜਾਏਗੀ। ਜੇ ਦਿਨ ਦੇ ਵੇਲੇ ਬੰਦਾ ਸਾਰਾ ਦਿਨ ਮਾੜੇ ਕੰਮ ਕਰਦਾ ਰਹੇ, ਠੱਗੀਆਂ ਠੋਰੀਆਂ ਕਰਦਾ ਰਹੇ, ਲੋਕਾਂ ਨਾਲ ਲੜਾਈਆਂ ਝਗੜੇ ਕਰਦਾ ਰਹੇ, ਤੇ ਰਾਤ ਕਦੋਂ ਨੀਂਦ ਆਏਗੀ ਉਹਨੂੰ ਸੁੱਖ ਦੀ? ਉਹਦੀ ਰਾਤ ਵੀ, ਜਿਹਨੂੰ ਫਰੀਦ ਸਾਹਿਬ ਨੇ ਆਖਿਆ 16 ਸੇਤੀ ਰਾਤ, ਮਾਨੋ ਮਖਮਲੀ ਬਿਸਤਰੇ ਉੱਤੇ ਪਏ ਹੋਏ ਨੂੰ ਵੀ ਸੂਲਾਂ ਚੁੱਭਦੀਆਂ ਰਹਿਣਗੀਆਂ ਸਾਰੀ ਰਾਤ। ਚਿੰਤਾਵਾਂ, ਝੋਰੇ, ਫਿਕਰ, ਦੁੱਖ, ਕਲੇਸ਼ ਉਹਦੀ ਜਿੰਦ ਨਹੀਂ ਛੱਡਣਗੇ। ਇਸ ਤਰ੍ਹਾਂ ਇਹਦਾ ਬੇੜਾ ਜਿਹੜਾ ਮਨੁੱਖ ਦਾ ਜੀਵਨ ਰੂਪ ਬੇੜਾ, ਕੱਪਰ ਦਾ ਮਤਲਬ ਹੁੰਦਾ ਹੈ ਲਹਿਰਾਂ ਠਾਠਾਂ ਜੋ ਦਰਿਆ ਵਿੱਚ ਸਮੁੰਦਰ ਵਿੱਚ ਵੱਜਦੀਆਂ ਨੇ, ਕਈ ਥਾਈਂ ਪਾਣੀ ਵਿੱਚ ਘੁੰਮਣ ਘੇਰੀਆਂ ਪੈਂਦੀਆਂ ਨੇ। ਇਹ ਸਾਡੀ ਜ਼ਿੰਦਗੀ ਰੂਪ ਬੇੜਾ ਵਿਕਾਰਾਂ ਦੀਆਂ ਲਹਿਰਾਂ ਵਿੱਚ, ਵਿਕਾਰਾਂ ਦੀ ਘੁੰਮਣ ਘੇਰੀ ਵਿੱਚ ਫਸ ਕੇ ਡੁੱਬ ਜਾਏਗਾ। ਤੇ ਜਦੋਂ ਇਹੋ ਜਿਹੀ ਹਾਲਤ ਬਣਦੀ ਹੈ ਮਨੁੱਖ ਦੀ ਬਜ਼ੁਰਗ ਅਵਸਥਾ ਵਿੱਚ ਜਾ ਕੇ, ਫਿਰ ਸੋਚਦਾ ਏ ਕਿ ਮੈਂ ਸਾਰੀ ਜਵਾਨੀ 'ਚ ਕੀ ਕੀਤਾ। ਉਹ ਕੀਤੇ ਹੋਏ ਕੰਮ ਜਿਹੜੇ ਮਾੜੇ ਕੀਤੇ ਨੇ ਉਹ ਚੇਤੇ ਆਉਂਦੇ ਨੇ, ਤੇ ਫਿਰ ਸੋਚਦਾ ਹੈ ਕਿ ਮੇਰਾ ਤੇ ਜੀਵਨ ਵਿਅਰਥ ਚਲਾ ਗਿਆ, ਮੇਰਾ ਤੇ ਜ਼ਿੰਦਗੀ ਰੂਪ ਬੇੜਾ ਹੁਣ ਡੁੱਬੇਗਾ ਹੀ ਡੁੱਬੇਗਾ। ਫਿਰ ਪੁਕਾਰਾਂ ਕਰਦਾ ਹੈ, ਖੜਾ ਪੁਕਾਰੇ ਪਾਤਨੀ, ਪੱਤਨ ਤੇ ਖਲੋ ਕੇ ਫਿਰ ਇਹ ਜੀਵ ਪੁਕਾਰਾਂ ਕਰਦਾ ਹੈ। ਪਰ ਜੇ ਉਸ ਵੇਲੇ ਵੀ ਇਹ ਕਿਤੇ ਗੁਰੂ ਨੂੰ ਪੁਕਾਰ ਲਵੇ, ਗੁਰੂ ਦੀ ਬਾਂਹ ਫੜ ਲਵੇ, ਗੁਰੂ ਦਾ ਪੱਲਾ ਫੜ ਲਵੇ, ਬਜ਼ੁਰਗ ਅਵਸਥਾ ਵਿੱਚ ਹੀ ਫੜ ਲਵੇ, ਤੇ ਤਾਂ ਵੀ ਇਹਦਾ ਬੇੜਾ ਬੰਨੇ ਲੱਗ ਸਕਦਾ ਹੈ। ਗੁਰੂ ਪਹਿਲੇ ਪਾਤਸ਼ਾਹ ਫਰਮਾਉਂਦੇ ਨੇ, ਪੱਤਨ ਕੂਕੇ ਪਾਤਨੀ ਵੰਝੋਂ ਰੁਕ ਵਿਲਾੜ। ਜਿੱਥੇ ਅਸੀਂ ਹੁਣ ਬੈਠੇ ਹਾਂ, ਇਸ ਜਗ੍ਹਾ ਤੇ ਗੁਰੂ ਰੋਜ਼ ਹੀ ਉੱਚੀ ਉੱਚੀ ਪੁਕਾਰਾਂ ਕਰ ਰਿਹਾ ਹੈ, ਤੇ ਇਸ ਗੁਰੂ ਦੀਆਂ ਪੁਕਾਰਾਂ ਨੂੰ ਦੁਨੀਆ ਸੁਣਦੀ ਏ। ਤੇ ਗੁਰੂ ਪੁਕਾਰ ਕੀ ਕਰਦਾ ਹੈ? ਗੁਰੂ ਪੁਕਾਰ ਕਰਦਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਇਹ ਗੁਰਮੁਖੋ ਪਰਮੇਸ਼ਵਰ ਦਾ ਨਾਮ ਇੱਕ ਉਹ ਬੇੜਾ ਹੈ, ਇੱਕ ਉਹ ਜਹਾਜ਼ ਹੈ ਜਿਹਦੇ ਉੱਤੇ ਜਿੰਨੇ ਵੀ ਲੋਕ ਸਵਾਰ ਹੋ ਜਾਣਗੇ ਉਹ ਸ਼ਰਤੀਆ ਭਵ ਸਾਗਰ ਤੋਂ ਪਾਰ ਲੰਘ ਜਾਣਗੇ। ਭਾਵੇਂ ਵੱਡੇ ਤੋਂ ਵੱਡਾ ਬੇੜਾ ਹੋਵੇ, ਇਸ ਸਮੁੰਦਰ ਵਿੱਚੋਂ ਪਾਰ ਕਰਨ ਲੱਗਿਆਂ ਹਮੇਸ਼ਾ ਤੌਖਲਾ ਬਣਿਆ ਰਹਿੰਦਾ ਹੈ ਕਿ ਇਹ ਬੇੜਾ ਬੰਨੇ ਲੱਗੇਗਾ ਕਿ ਨਹੀਂ ਲੱਗੇਗਾ। ਇਸ ਸਮੁੰਦਰ ਦੇ ਅੰਦਰ ਟਾਈਟੈਨਿਕ ਵਰਗੇ ਵੱਡੇ ਵੱਡੇ ਬੇੜੇ ਡੁੱਬ ਜਾਂਦੇ ਰਹੇ ਨੇ, ਹੁਣ ਵੀ ਡੁੱਬ ਰਹੇ ਨੇ। ਪਰ ਗੁਰੂ ਇੱਕ ਇਹੋ ਜਿਹਾ ਜਹਾਜ਼, ਇੱਕ ਇਹੋ ਜਿਹਾ ਬੇੜਾ ਹੈ, ਜੇ ਕੋਈ ਬੰਦਾ ਸੱਚੇ ਹਿਰਦੇ ਨਾਲ ਇਸ ਬੇੜੇ ਤੇ ਸਵਾਰ ਹੋ ਜਾਏ, ਤੇ ਗੁਰੂ ਜੀ ਕਹਿੰਦੇ ਨੇ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਤੁਸੀਂ ਸੰਸਾਰ ਸਾਗਰ ਤੋਂ ਪਾਰ ਲੰਘ ਜਾਓਗੇ। ਤੁਹਾਡਾ ਇਹ ਬੇੜਾ ਵਾਹਿਗੁਰੂ ਨਾਮ ਵਾਲਾ ਇਹ ਕਦੀ ਸੰਸਾਰ ਦੀਆਂ ਵਿਕਾਰਾਂਮਈ ਲਹਿਰਾਂ ਵਿੱਚ ਡੁੱਬ ਕੇ ਗਰਕ ਨਹੀਂ ਹੋਏਗਾ। ਗੁਰੂ ਜੀ ਆਖਦੇ ਨੇ, ਪੱਤਨ ਕੂਕੇ ਪਾਤਨੀ। ਗੁਰੂ ਪੱਤਨ ਤੇ ਖਲੋਤਾ ਹੋਇਆ
ਮਲਾਹ ਰੂਪ ਗੁਰੂ ਤੁਹਾਨੂੰ ਆਵਾਜ਼ਾਂ ਦੇ ਰਿਹਾ ਹੈ, ਵੰਝੋ ਧਰੁਕ ਵਿਲਾੜ ਤੋਂ ਮਤਲਬ ਹੈ ਭੱਜੋ, ਕਾਹਲੀ ਨਾਲ, ਛੇਤੀ ਨਾਲ ਇਹ ਵਾਹਿਗੁਰੂ ਨਾਮ ਰੂਪੀ ਜਹਾਜ਼ ਤੇ ਸਵਾਰ ਹੋ ਜਾਓ। ਤੇ ਗੁਰੂ ਜੀ ਆਖਦੇ ਪਾਰ ਪਵੰਦੜੇ ਡਿੱਠ ਮੈਂ, ਸਤਿਗੁਰ ਬੋਹਿਥ ਚਾੜ। ਸਤਿਗੁਰੂ ਨੇ ਜਿਨ੍ਹਾਂ ਦੀ ਬਾਂਹ ਫੜੀ ਤੇ ਉਹਨਾਂ ਨੂੰ ਇਸ ਵਾਹਿਗੁਰੂ ਨਾਮ ਰੂਪ ਜਹਾਜ਼ ਤੇ ਚੜ੍ਹਾ ਦਿੱਤਾ। ਗੁਰੂ ਨਾਨਕ ਸਾਹਿਬ ਆਖਦੇ ਨੇ ਮੈਂ ਅੱਖੀਂ ਵੇਖਿਆ ਉਹ ਪਾਰ ਲੰਘਦੇ ਹੋਏ। ਉਹ ਲੋਕ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ, ਪ੍ਰਭੂ ਦੀ ਭਗਤੀ ਕਰਦੇ ਨੇ, ਚੰਗੇ ਕਰਮ ਕਮਾਉਂਦੇ ਨੇ ਆਪਣੇ ਜੀਵਨ ਵਿੱਚ। ਗੁਰੂ ਨਾਨਕ ਸਾਹਿਬ ਆਖਦੇ ਨੇ ਮੈਂ ਉਹ ਪਾਰ ਲੰਘਦੇ ਹੋਏ ਵੇਖੇ ਨੇ। ਉਹ ਸੰਸਾਰ ਸਾਗਰ ਦੀਆਂ ਇਹਨਾਂ ਲਹਿਰਾਂ, ਵਿਕਾਰਾਂ ਰੂਪੀ ਲਹਿਰਾਂ ਵਿੱਚ ਗੋਤੇ ਨਹੀਂ ਖਾਂਦੇ, ਉਹ ਲੰਘ ਜਾਂਦੇ ਨੇ। ਸੋ ਆਓ ਯਤਨ ਕਰੀਏ, ਆਪਾਂ ਗੁਰੂ ਦਾ ਪੱਲਾ ਫੜੀਏ। ਗੁਰੂ ਸਾਨੂੰ ਰੋਜ਼ ਉੱਚੀ ਉੱਚੀ ਆਵਾਜ਼ ਦੇ ਕੇ ਆਖਦੇ ਨੇ ਭਾਈ ਨਾਮ ਜਪੋ, ਸਿਮਰਨ ਕਰੋ, ਭਗਤੀ ਕਰੋ, ਸੇਵਾ ਕਰੋ, ਧਰਮ ਦੀ ਕਿਰਤ ਕਰੋ, ਲੋਕ ਭਲਾਈ ਦੇ ਕੰਮ ਕਰੋ। ਇਹੋ ਹੀ ਇਹ ਜਹਾਜ਼, ਇਹਦੇ ਉੱਤੇ ਹੀ ਆਪਾਂ ਸਵਾਰ ਹੋਣਾ ਹੈ। ਜਿਹੜੇ ਇਸ ਜਹਾਜ਼ ਤੇ ਸਵਾਰ ਹੋ ਜਾਣਗੇ, ਪਾਰ ਪਵੰਦੜੇ ਡਿੱਠ ਮੈਂ ਵੇਖੇ ਨੇ, ਉਹ ਪਾਰ ਲੰਘ ਜਾਂਦੇ ਨੇ, ਉਹ ਡੁੱਬਦੇ ਨਹੀਂ। ਭਾਵ ਉਹ ਜ਼ਿੰਦਗੀ ਸਫਲ ਕਰਕੇ ਜਾਂਦੇ ਨੇ, ਜ਼ਿੰਦਗੀ ਵਿਅਰਥ ਗਵਾ ਕੇ ਨਹੀਂ ਜਾਂਦੇ। ਸ਼ਲੋਕ ਨੰਬਰ 86 ਵਿੱਚ ਆਖਦੇ ਨੇ ਲੰਮੀ ਲੰਮੀ ਨਦੀ ਵਹਿ। ਇਹ ਨਦੀ ਕਿਹੜੀ ਏ? ਫਰੀਦ ਸਾਹਿਬ ਸਾਨੂੰ ਪਿਛਲੇ ਕਈ ਸ਼ਲੋਕਾਂ ਤੋਂ ਸਮਝਾਉਂਦੇ ਆ ਰਹੇ ਨੇ ਕਿ ਦੁੱਖਾਂ ਰੂਪ ਇੱਕ ਲੰਮੀ ਨਦੀ ਵਗ ਰਹੀ ਹੈ ਸਾਡੇ ਅੰਦਰ। ਪਿਛਲੇ ਸ਼ੁੱਕਰਵਾਰ ਆਪਾਂ ਸਮਝ ਰਹੇ ਸਾਂ ਕਿ ਸਾਡੇ ਅੰਦਰ ਇੱਕ ਫੁਰਨਿਆਂ ਦੀ ਨਦੀ ਵਗਦੀ ਏ। ਰਾਤ ਦਿਨ ਵਿਚਾਰ ਅੰਦਰ ਚੱਲਦੇ ਨੇ। ਇਹ ਵੀ ਇੱਕ ਲੰਮੀ ਨਦੀ ਹੈ ਜਿਹੜੀ ਕਦੇ ਰੁਕਦੀ ਨਹੀਂ। ਇੱਕ ਵਿਚਾਰ ਪੂਰਾ ਹੁੰਦਾ ਨਹੀਂ ਅਜੇ ਤੇ ਦੂਜਾ ਪਹਿਲਾਂ ਸ਼ੁਰੂ ਹੋ ਜਾਂਦਾ, ਉਹਦੇ ਵਿੱਚ ਗੈਪ ਨਹੀਂ ਆਉਂਦਾ ਵਿਚਾਰਾਂ ਵਿੱਚ। ਇੱਕ ਵਿਚਾਰ ਅਜੇ ਪੂਰਾ ਹੋਣ ਵਾਲਾ ਹੀ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਦੂਜਾ ਵਿਚਾਰ ਸ਼ੁਰੂ ਹੋ ਜਾਂਦਾ। ਇਹ ਹੈ ਲੰਮੀ ਨਦੀ ਜਿਹੜੀ ਕਦੀ ਸੁੱਕਦੀ ਨਹੀਂ, ਕਦੀ ਮੁੱਕਦੀ ਨਹੀਂ, ਕਦੀ ਇਹਦਾ ਪਾਣੀ ਠਹਿਰਦਾ ਨਹੀਂ। ਇਹ ਲੰਮੀ ਨਦੀ ਕਦੀ ਸਾਹ ਨਹੀਂ ਲੈਂਦੀ। ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਬੰਦਾ ਇਹਨਾਂ ਵਿਚਾਰਾਂ ਦੇ ਅਧੀਨ ਗੋਤੇ ਖਾਂਦਾ ਰਹਿੰਦਾ। ਸਾਰੀ ਜ਼ਿੰਦਗੀ ਅਸੀਂ ਦੌੜ ਭੱਜ ਕਰਦੇ ਹਾਂ ਸੁੱਖ ਵਾਸਤੇ, ਸਾਨੂੰ ਸੁੱਖ ਮਿਲੇਗਾ, ਪਰ ਸੁੱਖ ਤੇ ਲੱਭਿਆ ਵੀ ਨਹੀਂ ਲੱਭਦਾ। ਸੁੱਖ ਦੇ ਸਾਧਨ ਅਸੀਂ ਭਾਵੇਂ ਇਕੱਠੇ ਕੀਤੇ ਨੇ, ਪਰ ਇਹਨਾਂ ਵਿੱਚ ਸੁੱਖ ਨਹੀਂ ਮਿਲਿਆ, ਕਿਸੇ ਨੂੰ ਵੀ ਅੱਜ ਤੱਕ ਨਹੀਂ ਮਿਲਿਆ। ਬਸ ਇਹ ਹੈ ਲੰਮੀ ਨਦੀ ਵਹਿ ਰਹੀ ਹੈ ਕੰਧੀ ਕੇਰਾ ਹੇਤ। ਕੇਰਾ ਹੇਤ ਦਾ ਮਤਲਬ ਹੈ ਇਸ ਨੂੰ ਢਾਉਣ ਵਾਸਤੇ, ਨਾ ਕਿਨਾਰਿਆਂ ਨੂੰ ਡੇਗਣ ਵਾਸਤੇ। ਕਿਨਾਰੇ ਕਿਹੜੇ ਨੇ? ਸਰੀਰ। ਇਸ ਸਰੀਰ ਰੂਪੀ ਕਿਨਾਰਿਆਂ ਦੇ ਅੰਦਰ ਵਿਚਾਰਾਂ ਤੇ ਦੁੱਖਾਂ ਕਲੇਸ਼ਾਂ ਰੂਪੀ ਇੱਕ ਲੰਮੀ ਨਦੀ ਵਗੀ ਜਾ ਰਹੀ ਹੈ। ਇਹ ਦੁੱਖਾਂ ਦੀ ਨਦੀ ਨੇ ਸਾਨੂੰ ਕਮਜ਼ੋਰ ਕਰ ਦਿੱਤਾ ਹੋਇਆ, ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ। ਪਰ ਫਰੀਦ ਸਾਹਿਬ ਆਖਦੇ ਨੇ ਬੇੜੇ ਨੂੰ ਕੱਪਰ ਕਿਆ ਕਰੇ, ਜੇ ਪਾਤਨ ਰਹਿ ਸੁਚੇਤ। ਪਾਤਨ ਦਾ ਮਤਲਬ ਹੈ ਮਲਾਹ। ਜੇ ਮਲਾਹ ਸੁਚੇਤ ਰਹੇ, ਉਹਨੂੰ ਪਤਾ ਹੋਵੇ ਕਿ ਇਹ ਜਿਹੜੀਆਂ ਵੱਡੀਆਂ ਵੱਡੀਆਂ ਲਹਿਰਾਂ ਜਿਨ੍ਹਾਂ ਨੂੰ ਫਰੀਦ ਸਾਹਿਬ ਕੱਪਰ ਆਖਦੇ ਨੇ, ਜਿਹਨੂੰ ਅਸੀਂ ਘੁੰਮਣ ਘੇਰੀ ਆਖਦੇ ਹਾਂ, ਵਰਲਪੂਲ ਆਖਦੇ ਹਾਂ, ਜੇ ਮਲਾਹ ਬੇੜੇ ਨੂੰ ਚਲਾਉਣ ਵਾਲਾ ਸੁਚੇਤ ਹੋਵੇ, ਜਾਗਰੂਕ ਹੋਵੇ, ਅਵੇਅਰ ਹੋਵੇ, ਤੇ ਫਿਰ ਇਹ ਬੇੜੇ ਨੂੰ ਘੁੰਮਣ ਘੇਰੀਆਂ ਤੋਂ ਬਚਾ ਕੇ ਪਾਰ ਲੰਘਾ ਸਕਦਾ ਹੈ। ਜੇ ਮਲਾਹ ਹੀ ਸੌਂ ਗਿਆ ਹੋਵੇ, ਮਲਾਹ ਹੀ ਸੁਸਤ ਹੋਵੇ, ਉਹਨੂੰ ਪਤਾ ਹੀ ਨਾ ਹੋਵੇ ਲਹਿਰਾਂ ਕਿੱਧਰੋਂ ਆ ਰਹੀਆਂ ਨੇ, ਪਾਣੀ ਕਿੱਧਰ ਨੂੰ ਜਾ ਰਿਹਾ ਹੈ, ਉਹਦਾ ਬੇੜਾ ਤੇ ਹਰ ਹਾਲਤ ਵਿੱਚ ਉਹਨਾਂ ਲਹਿਰਾਂ ਵਿੱਚ ਫਸ ਕੇ ਡੁੱਬੇਗਾ ਹੀ ਡੁੱਬੇਗਾ। ਸੁਚੇਤ ਹੋਣ ਦੀ ਲੋੜ ਹੈ ਸਾਨੂੰ ਸਭਨਾਂ ਨੂੰ।
ਜਾਗਰੂਕ ਅਵਸਥਾ ਵਿੱਚ ਆਉਣ ਦੀ ਲੋੜ ਏ ਕਿ ਅਸੀਂ ਕਰ ਕੀ ਰਹੇ ਹਾਂ। ਕਿਤੇ ਅਸੀਂ ਸਾਰੀ ਜ਼ਿੰਦਗੀ ਸੁੱਤੇ ਸੁੱਤੇ ਤੇ ਨਹੀਂ ਬਿਤਾ ਰਹੇ। ਦਿਨ ਸਾਰਾ ਦਿਨ ਕੰਮਾਂ ਵਿੱਚ ਸੁੱਤਿਆਂ ਲੰਘ ਜਾਂਦਾ। ਜਦੋਂ ਆਪਾਂ ਕੰਮ ਕਰਦੇ ਹਾਂ ਮਤ ਜਾਣੋ ਕਿ ਅਸੀਂ ਜਾਗਦੇ ਹਾਂ, ਅਸੀਂ ਸੁੱਤੇ ਹੁੰਨੇ ਹਾਂ। ਬੰਦਾ ਉਦੋਂ ਜਾਗੇਗਾ ਜਦੋਂ ਇਹਦੀ ਸੁਰਤ ਪਰਮਾਤਮਾ ਨਾਲ ਜੁੜੇਗੀ। ਸਾਰਾ ਦਿਨ ਅਸੀਂ ਕੰਮਾਂ ਧੰਦਿਆਂ ਵਿੱਚ ਮੋਹ ਮਮਤਾ ਵਿੱਚ ਸੁੱਤੇ ਰਹਿੰਦੇ ਹਾਂ ਤੇ ਰਾਤ ਨੂੰ ਸਰੀਰਕ ਨੀਂਦ ਲੈਣ ਵਾਸਤੇ ਸੌਂਦੇ ਹਾਂ ਤੇ ਸੁਪਨਿਆਂ ਵਿੱਚ ਰਾਤ ਸੁੱਤੇ ਰਹਿੰਦੇ ਹਾਂ। ਪਰ ਜੇ ਕੋਈ ਮਨੁੱਖ ਜਾਗਰਿਤ ਅਵਸਥਾ ਵਿੱਚ ਆ ਜਾਏ, ਉਹ ਸਿਮਰਨ ਭਜਨ ਕਰਨ ਲੱਗ ਪਵੇ, ਉਹ ਮਾਨਸਿਕ ਤੌਰ ਤੇ ਸੁਚੇਤ ਹੋ ਜਾਏ, ਸੁਚੇਤਤਾ ਵਿਕਾਰਾਂ ਵੱਲੋਂ ਮੇਰੇ ਤੇ ਕਾਮ ਨੇ ਹਾਵੀ ਹੋ ਗਿਆ, ਉਹਨੇ ਦਬਾਅ ਪਾ ਲਿਆ, ਹੁਣ ਮੇਰੇ ਤੇ ਕ੍ਰੋਧ ਸਵਾਰ ਹੋ ਗਿਆ, ਹੁਣ ਇਸ ਵਕਤ ਮੈਨੂੰ ਲੋਭ ਖਿੱਚ ਕੇ ਲਈ ਜਾਂਦਾ ਹੈ। ਇੱਕ ਵਕਤ ਆਉਂਦਾ ਹੈ ਮੇਰੇ ਉੱਤੇ ਪਰਿਵਾਰ ਦਾ ਮੋਹ ਭਾਰੀ ਹੋ ਜਾਂਦਾ ਹੈ। ਇਹਨਾਂ ਤੋਂ ਸੁਚੇਤ ਹੋਣਾ ਹੈ। ਇਹੋ ਹੀ ਵੱਡੀਆਂ ਲਹਿਰਾਂ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ। ਇਹ ਵੱਡੀਆਂ ਵੱਡੀਆਂ ਲਹਿਰਾਂ ਸਾਡੇ ਜੀਵਨ ਰੂਪ ਬੇੜੇ ਨੂੰ ਡੋਬ ਦੇਣਗੀਆਂ। ਇਹਨਾਂ ਤੋਂ ਸੁਚੇਤ ਹੋਣਾ ਹੈ। ਜੇ ਕੋਈ ਬੰਦਾ ਸੁਚੇਤ ਹੋ ਜਾਏ, ਬਾਣੀ 'ਚ ਲਿਖਿਆ ਗੁਰੂ ਮਹਾਰਾਜ ਨੇ, ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ। ਜਾਗ ਲਵੋ ਭਾਈ, ਜਾਗ ਲਵੋ। ਪਹਿਰੇਦਾਰ ਕੀ ਕਰਦਾ ਹੈ ਰਾਤ ਨੂੰ ਜਦੋਂ ਪਹਿਰਾ ਦਿੰਦਾ ਹੈ ਪਿੰਡਾਂ ਵਿੱਚ, ਸ਼ਹਿਰਾਂ ਵਿੱਚ? ਉਹ ਆਵਾਜ਼ ਦੇ ਰਿਹਾ ਹੁੰਦਾ, ਜਾਗੋ ਭਾਈ ਜਾਗੋ। ਜਿਹੜੇ ਜਾਗਦੇ ਨੇ ਉਹਨਾਂ ਦੇ ਘਰ ਬਚੇ ਰਹਿੰਦੇ ਨੇ, ਜਿਹੜੇ ਸੁੱਤੇ ਰਹਿ ਜਾਂਦੇ ਨੇ ਉਹਨਾਂ ਦੇ ਘਰ ਲੁੱਟੇ ਜਾਂਦੇ ਨੇ, ਚੋਰ ਚੋਰੀਆਂ ਕਰ ਲੈਂਦੇ ਨੇ। ਸਾਡੇ ਜੀਵਨ ਅੰਦਰ ਇਹ 5 ਚੋਰ ਨੇ, ਇਸ ਦੇਹੀ ਅੰਦਰ 5 ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। 5 ਚੋਰ ਵਸਦੇ ਨੇ ਸਰੀਰ ਦੇ ਵਿੱਚ। ਜਦੋਂ ਹੀ ਅਸੀਂ ਸੁੱਤੇ ਹੋਵਾਂਗੇ ਸਾਨੂੰ ਲੁੱਟ ਲੈਣਗੇ। ਸਾਡੇ ਅੰਦਰੋਂ ਸ਼ੁਭ ਗੁਣਾਂ ਦੀ ਪੂੰਜੀ ਲੁੱਟਣਗੇ। ਸਾਡੇ ਮਨ ਨੂੰ ਵਿਕਾਰਾਂ ਵਾਲੇ ਪਾਸੇ ਨੂੰ ਪ੍ਰੇਰਨਾ ਕਰਕੇ ਉੱਧਰ ਨੂੰ ਤੋਰਨਗੇ। ਉਹਨਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਸੋ ਜਿਹੜੇ ਲੋਕ ਸੁਚੇਤ ਹੋ ਜਾਂਦੇ ਨੇ, ਉਹ ਇਸ ਵਿਕਾਰਾਂ ਦੀ, ਵਿਚਾਰਾਂ ਦੀ, ਦੁੱਖਾਂ ਦੀ, ਕਲੇਸ਼ਾਂ ਦੀ ਵਗਦੀ ਹੋਈ ਲੰਮੀ ਨਦੀ ਵਿੱਚੋਂ ਬਚ ਨਿਕਲਦੇ ਨੇ। ਸ਼ਲੋਕ ਨੰਬਰ 87 ਵਿੱਚ ਫਰੀਦ ਸਾਹਿਬ ਨੇ ਆਖਿਆ, ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੁੰਡੇਂਦੀ ਨਾ ਲਹਾਂ। ਕਿਹੋ ਜਿਹੇ ਸੱਜਣਾਂ ਦੀ ਗੱਲ ਇੱਥੇ ਫਰੀਦ ਸਾਹਿਬ ਕਰਨ ਲੱਗੇ ਨੇ? ਇੱਕ ਤਾਂ ਉਹ ਸੱਜਣ ਨੇ ਜਿਹੜੇ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਹੋ ਬਹਿੰਦੀ। ਜਦੋਂ ਮਨੁੱਖ ਦੇ ਕੋਲ ਸੁੱਖ ਹੁੰਦੇ ਨੇ, ਐਸ਼ਵਰਜ ਹੁੰਦਾ ਹੈ, ਧਨ ਹੁੰਦਾ ਹੈ, ਉਦੋਂ ਬਹੁਤ ਸਾਰੇ ਮਿੱਤਰ ਆ ਕੇ ਦੁਆਲੇ ਇਕੱਠੇ ਹੋ ਜਾਂਦੇ ਨੇ। ਲੇਕਿਨ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ। ਸਿਆਣੇ ਆਖਦੇ ਨੇ ਉਦੋਂ ਪਰਖ ਹੁੰਦੀ ਹੈ ਸੱਜਣਾਂ ਦੀ, ਜਦੋਂ ਕੋਈ ਦੁੱਖ ਦਾ ਵੇਲਾ ਆ ਜਾਏ। ਫਿਰ ਸੱਜਣ ਲੱਭਿਆ ਵੀ ਨਹੀਂ ਲੱਭਦੇ, ਫਿਰ ਫੋਨ ਵੀ ਨਹੀਂ ਚੁੱਕਦੇ ਹੁੰਦੇ। ਫਿਰ ਆਖਣਗੇ ਮੈਂ ਤੇ ਬੜਾ ਬਿਜ਼ੀ ਸਾਂ, ਮੈਨੂੰ ਤੇ ਪਤਾ ਹੀ ਨਹੀਂ ਲੱਗਾ। ਇਹੋ ਜਿਹੇ ਸੱਜਣਾਂ ਦੀ ਆਖਦੇ ਨੇ ਗੱਲੀ ਸੋ ਸੱਜਣ ਵੀ। ਗੱਲਾਂ ਬਾਤਾਂ ਨਾਲ ਤੇ 20 ਸੱਜਣ ਇਕੱਠੇ ਕਰ ਲਓ, ਦੁੱਖਾਂ ਵਿੱਚ ਕੋਈ ਵਿਰਲਾ ਹੀ ਨਾਲ ਆ ਕੇ ਸਾਥ ਦਿੰਦਾ, ਖਲੋਂਦਾ ਹੈ। ਇੱਕ ਟੁੰਡੇਂਦੀ ਨਾ ਲਹਾਂ। ਇਹੋ ਜਿਹਾ ਇੱਕ ਵੀ ਨਹੀਂ ਲੱਭ ਰਿਹਾ ਜਿਹੜਾ ਮੇਰੀ ਇਹ ਲੰਮੀ ਨਦੀ ਜਿਹੜੀ ਦੁੱਖਾਂ ਦੀ ਵਹਿ ਰਹੀ ਏ, ਕਲੇਸ਼ਾਂ ਦੀ ਵਹਿ ਰਹੀ ਏ, ਵਿਚਾਰਾਂ ਤੇ ਵਿਕਾਰਾਂ ਦੀ ਅੰਦਰ ਵਗ ਰਹੀ ਏ, ਜਿਹੜਾ ਇਸ ਨਦੀ, ਇਸ ਵਹਿਣ ਵਿੱਚੋਂ ਮੈਨੂੰ ਕੱਢੇ। ਇੱਕ ਵੀ ਨਹੀਂ ਲੱਭ ਰਿਹਾ। ਉਹ ਸੱਜਣ ਕਿਹੜਾ ਹੈ? ਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖੇ ਨੇ ਬਚਨ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ।
ਢੂੰਡ ਸੱਜਣ ਸੰਤ ਪੱਕਿਆਂ, ਕਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ। ਸੱਜਣ ਉਹ ਹੁੰਦੇ ਨੇ ਜਿਹੜੇ ਮਹਾਂਪੁਰਸ਼ ਹੁੰਦੇ ਨੇ, ਸੱਜਣ ਹੁੰਦੇ ਨੇ ਗੁਰੂ ਜਨ, ਜਾਂ ਸੱਜਣ ਹੁੰਦਾ ਇੱਕ ਅਕਾਲ ਪੁਰਖ ਵਾਹਿਗੁਰੂ, ਜਿਹੜਾ ਜਦੋਂ ਸਾਡੀ ਇੱਕ ਵਾਰੀ ਬਾਂਹ ਫੜ ਲਵੇ ਫਿਰ ਕਦੇ ਛੱਡਦਾ ਨਹੀਂ। ਆ ਜਿਹੜੇ ਦੁਨਿਆਵੀ ਸੱਜਣ ਨੇ, ਇਹ ਤਾਂ ਬਸ ਬਿਪਤਾ ਆਈ ਨਹੀਂ ਤੇ ਛੱਡ ਕੇ ਦੌੜੇ ਨਹੀਂ। ਤੁਖਾਂ ਜਿਉ ਮਾਲੀ, ਮਾਲੀ ਦਾ ਮਤਲਬ ਹੁੰਦਾ ਇੱਕ ਨਾ, ਪਿੰਡਾਂ ਵਿੱਚ ਅਸੀਂ ਮਿਲੀ ਜੀ ਇਕੱਠੀ ਕਰਦੇ ਹੁੰਦੇ ਸਾਂ। ਅਸੀਂ ਉਸ ਨੂੰ ਹੁਣ ਗਿੱਲਾ ਬਾਲਣ ਆਖ ਸਕਦੇ ਹਾਂ ਸਮਝਣ ਵਾਸਤੇ, ਗਿੱਲਾ ਜਿਹਾ ਬਾਲਣ, ਉਹਨੂੰ ਮਿਲੀ ਆਖਦੇ ਸਨ। ਮਿਲੀ ਨੂੰ ਅੱਗ ਲਾਓ ਤੇ ਧੁਖਦੀ ਰਹਿੰਦੀ ਹੈ ਸਾਰੀ ਰਾਤ। ਜਦੋਂ ਸਾਉਣ ਭਾਦਰੋਂ 'ਚ ਮੱਛਰ ਹੁੰਦੇ ਸਨ, ਉਦੋਂ ਮਿਲੀ ਦੀ ਅੱਗ ਬਾਲ ਛੱਡੀ ਦੀ ਸੀ ਵੀ ਉਹ ਧੁਖਦੀ ਰਹੇਗੀ ਰਾਤ, ਧੂੰਆਂ ਰਹੇਗਾ ਤੇ ਮੱਛਰ ਤੋਂ ਥੋੜਾ ਰਾਹਤ ਮਿਲੇਗੀ। ਫਰੀਦ ਸਾਹਿਬ ਆਖਦੇ ਨੇ, ਧੁਖਾਂ ਜਿਉਂ ਮਾਲੀ, ਜਿਵੇਂ ਉਸ ਮਿਲੀ ਦੀ ਅੱਗ ਧੁਖਦੀ ਏ, ਬਲਦੀ ਨਹੀਂ। ਇਹਨਾਂ ਦੁੱਖਾਂ ਦੇ ਕਾਰਨ ਮੈਂ ਇਸ ਤਰ੍ਹਾਂ ਅੰਦਰੋਂ ਧੁਖਦਾ ਰਹਿੰਦਾ ਹਾਂ। ਕਾਰਨ ਤਿੰਨਾਂ ਮਾਂ ਪੀਰੀ, ਮੈਂ ਲੱਭਦਾ ਰਹਿਣਾ ਕਿ ਮੈਨੂੰ ਕੋਈ ਮੇਰਾ ਇਹੋ ਜਿਹਾ ਪਿਆਰਾ ਲੱਭੇ ਜਿਹੜਾ ਮੈਨੂੰ ਇਹਨਾਂ ਦੁੱਖਾਂ ਤੇ ਕਲੇਸ਼ਾਂ ਤੋਂ ਛੁਡਵਾ ਦੇਵੇ। ਮਾਂ ਪੀਰੀ ਦਾ ਮਤਲਬ ਹੈ ਮੇਰਾ ਪਿਆਰਾ। ਇਹਨੂੰ ਮਾਂ ਨਹੀਂ ਪੜਨਾ, ਮਾਂ ਪੀਰੀ, ਮੇਰਾ ਪਿਆਰਾ। ਕੋਈ ਇਹੋ ਜਿਹਾ ਮੇਰਾ ਪਿਆਰਾ ਮਿਲ ਜਾਏ, ਕੋਈ ਇਹੋ ਜਿਹੇ ਮੈਨੂੰ ਸੱਜਣ ਮਿਲ ਜਾਣ ਜਿਨ੍ਹਾਂ ਦੀ ਮੈਂ ਸੰਗਤ ਕਰਕੇ ਇਹਨਾਂ ਵਿਕਾਰਾਂ ਤੋਂ ਬਚ ਨਿਕਲਾਂ। ਸੋ ਆਪਾਂ ਸੱਜਣ ਲੱਭਣੇ ਨੇ, ਆਪ ਯਤਨ ਕਰਨਾ ਪੈਣਾ। ਸੱਜਣਾਂ ਨੇ ਸਾਡੇ ਘਰੇ ਨਹੀਂ ਆਉਣਾ। ਤੇ ਵੈਸੇ ਸਾਡੇ ਕੋਲ ਤੇ ਬੜਾ ਹੀ ਚੰਗਾ ਸੋਰਸ ਹੈਗਾ ਗੁਰਦੁਆਰਾ। ਅਸੀਂ ਗੁਰਦੁਆਰੇ ਆਈਏ, ਇੱਥੇ ਕਿੰਨੀ ਚੰਗੀ ਸੰਗਤ ਸਾਨੂੰ ਮਿਲਦੀ ਏ। ਕਿਹੜੀ ਸੰਗਤ? ਲੋਕਾਂ ਦੀ ਨਹੀਂ, ਇਹਨਾਂ ਗੁਰੂ ਮਹਾਂਪੁਰਸ਼ਾਂ ਦੀ, ਜਿਹੜੇ 35 ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਚਾਰ ਧਾਰਕ ਰੂਪ ਵਿੱਚ ਬੈਠੇ ਨੇ, ਉਹਨਾਂ ਦੀ ਸੰਗਤ। ਇਹੋ ਜਿਹੀ ਸੰਗਤ ਸਾਨੂੰ ਬਾਹਰ ਕਿਤੇ ਨਹੀਂ ਮਿਲ ਸਕਦੀ। ਸੋ ਅਸੀਂ ਹੁਣੇ ਪਾਠ ਕੀਤਾ ਹੈ ਰਹਿਰਾਸ ਸਾਹਿਬ ਦਾ। ਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਸਨ ਕਿ ਜਿਨ੍ਹਾਂ ਨੂੰ ਇਹ ਸੰਗਤ ਮਿਲ ਜਾਂਦੀ ਏ, ਉਹਨਾਂ ਦਾ ਬੇੜਾ ਪਾਰ ਹੋ ਜਾਂਦਾ ਹੈ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਉਹ ਤਰ ਜਾਂਦਾ ਹੈ ਭਵ ਸਾਗਰ ਤੋਂ, ਜਿਸ ਕਿਸੇ ਨੂੰ ਇਹਨਾਂ ਗੁਰੂ ਮਹਾਂਪੁਰਸ਼ਾਂ ਦੀ ਸੰਗਤ ਮਿਲ ਜਾਂਦੀ ਏ। ਸੋ ਆਪਾਂ ਇਹਨਾਂ ਦੀ ਸੰਗਤ ਲੱਭਣੀ ਏ ਤੇ ਇੱਥੇ ਆਸਾਨੀ ਨਾਲ ਲੱਭ ਜਾਂਦੀ। ਗੁਰਦੁਆਰੇ ਆਇਆ ਕਰੋ, ਜ਼ਰੂਰ ਪਹੁੰਚਿਆ ਕਰੋ, ਵੇਲੇ ਕੁ ਜਦੋਂ ਵੀ ਆਇਆ ਜਾ ਸਕੇ ਜ਼ਰੂਰ ਆਇਆ ਕਰੋ, ਤਾਂ ਕਿ ਅਸੀਂ ਇਹਨਾਂ ਮਹਾਂਪੁਰਸ਼ਾਂ ਦੀ ਸੰਗਤ ਕਰੀਏ ਤੇ ਅਸੀਂ ਉਸ ਦੁੱਖਾਂ ਦੀ ਲੰਮੀ ਨਦੀ ਵਿੱਚੋਂ ਬਾਹਰ ਨਿਕਲ ਜਾਈਏ। ਸ਼ਲੋਕ ਨੰਬਰ 88 ਵਿੱਚ ਆਖਦੇ ਨੇ ਫਰੀਦਾ, ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ। ਭੌਂਕਣਾ ਦਾ ਮਤਲਬ ਹੁੰਦਾ ਹੈ, ਜਿਵੇਂ ਪਿੰਡਾਂ ਵਿੱਚ ਆਪਾਂ ਘਰਾਂ ਵਿੱਚ ਜਿਹੜੇ ਕੁੱਤੇ ਰੱਖੇ ਹੁੰਦੇ ਸਨ, ਜਦੋਂ ਉਹਨਾਂ ਨੂੰ ਭੁੱਖ ਲੱਗਦੀ ਸੀ ਉਹ ਆਵਾਜ਼ ਕਰਨੀ ਸ਼ੁਰੂ ਕਰਦੇ ਸਨ, ਭੌਂਕਣਾ ਸ਼ੁਰੂ ਕਰਦੇ ਸਨ ਕਿ ਬਈ ਮੈਨੂੰ ਭੁੱਖ ਲੱਗੀ ਏ, ਰੋਟੀ ਦਿਓ, ਜਾਂ ਜੋ ਲੋੜ ਹੈ ਉਹਦੀ। ਉਹ ਭੌਂਕਣਾ ਸ਼ੁਰੂ ਕਰਦਾ ਸੀ। ਫਰੀਦ ਸਾਹਿਬ ਆਪਣੇ ਸਰੀਰ ਨੂੰ ਉਸ ਤਰ੍ਹਾਂ ਦੀ ਕੋਈ ਮਿਸਾਲ ਦੇ ਕੇ ਸਾਡੇ ਸਾਹਮਣੇ ਰੱਖਦੇ ਨੇ। ਇਹ ਤਨ ਭੌਂਕਣਾ, ਇਹ ਮੇਰਾ ਸਰੀਰ ਕੁੱਤੇ ਦੀ ਤਰ੍ਹਾਂ ਇਹਨਾਂ ਦੁਨਿਆਵੀ ਸੁੱਖਾਂ, ਦੁਨਿਆਵੀ ਖਾਂਸ਼ਾਂ ਵਾਸਤੇ ਭੌਂਕਦਾ ਰਹਿੰਦਾ। ਹਰ ਵਕਤ ਕਹਿੰਦਾ ਰਹਿੰਦਾ, ਮੈਨੂੰ ਉਹ ਦੇ, ਮੈਨੂੰ ਆਹ ਦੇ, ਮੈਨੂੰ ਚੰਗੇ ਸੋਹਣੇ ਕੱਪੜੇ ਚਾਹੀਦੇ ਨੇ, ਸੋਹਣਾ ਭੋਜਨ ਚਾਹੀਦਾ ਹੈ, ਸੌਣ ਲਈ ਸੋਹਣਾ ਬਿਸਤਰ ਚਾਹੀਦਾ, ਰਹਿਣ ਲਈ ਸੋਹਣਾ ਘਰ ਚਾਹੀਦਾ, ਚੜ੍ਹਨ ਲਈ ਸੋਹਣੀਆਂ ਕਾਰਾਂ ਚਾਹੀਦੀਆਂ ਨੇ। ਇਹਨੂੰ ਸਭ ਕੁਝ ਹੀ ਸੋਹਣਾ ਚਾਹੀਦਾ ਹੈ। ਇਹ ਸਰੀਰ ਦੀਆਂ ਖਾਹਿਸ਼ਾਂ ਨੇ, ਭਾਵੇਂ ਹੈ ਤੇ ਮਨ ਦੀਆਂ, ਪਰ ਮਨ ਸਰੀਰ ਵਿੱਚ ਹੀ ਹੈ। ਨਿਤ ਨਿਤ ਦੁਖੀ ਹੈ ਕੌਣ। ਫਰੀਦ ਸਾਹਿਬ ਆਖਦੇ ਨੇ, ਮੈਂ ਤੇ ਇਹਦੀ ਗੱਲ ਹੀ ਨਹੀਂ ਸੁਣਦਾ, ਬੋਲੀ ਜਾ ਤੂੰ ਜੋ ਬੋਲਣਾ, ਮੈਂ ਤੇ ਪ੍ਰਭੂ ਦੀ ਭਗਤੀ ਵਿੱਚ ਜੁੜਿਆ ਰਹਿਣਾ। ਮਨ ਦੀਆਂ ਇੱਛਾਵਾਂ
ਇਹ ਪੂਰੀਆਂ ਨਾ ਕੋਈ ਅੱਜ ਤਾਈਂ ਕਰ ਸਕਿਆ, ਨਾ ਕੋਈ ਅੱਜ ਤਾਈਂ ਪੂਰੀਆਂ ਕਰਕੇ ਗਿਆ। ਸਾਰੇ ਇੱਛਾਵਾਂ ਸਹਿਤ ਹੀ ਮਰੇ ਨੇ। ਜਿੰਨੀ ਦੁਨੀਆ ਅੱਜ ਤੱਕ ਮਰੀ ਇਸ ਧਰਤੀ ਉੱਤੇ, ਕਿਸੇ ਸੰਤ ਮਹਾਂਪੁਰਸ਼ ਨੂੰ ਛੱਡ ਕੇ ਬਾਕੀ ਸਭ ਅਧੂਰੀਆਂ ਇੱਛਾਵਾਂ ਛੱਡ ਕੇ ਹੀ ਮਰੇ ਨੇ। ਕਿਸੇ ਦੀਆਂ ਇੱਛਾ ਕਦੀ ਪੂਰੀਆਂ ਨਹੀਂ ਹੋਈਆਂ। ਇੱਛਾਵਾਂ ਪੂਰੀਆਂ ਹੁੰਦੀਆਂ ਨੇ ਸਮਾਧੀ ਵਿੱਚ ਜਾ ਕੇ, ਉਸ ਤੋਂ ਪਹਿਲਾਂ ਨਹੀਂ ਹੁੰਦੀਆਂ ਜੀ। ਜੋ ਮਰਜ਼ੀ ਕੋਈ ਯਤਨ ਕਰ ਲੇ, ਸਮਾਧੀ ਤੋਂ ਬਿਨਾਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਉੱਥੇ ਜਾ ਕੇ ਇੱਛਾਵਾਂ ਕਿਵੇਂ ਪੂਰੀਆਂ ਹੋ ਜਾਂਦੀਆਂ ਨੇ? ਅਸਲ 'ਚ ਇੱਛਾ ਕੋਈ ਰਹਿ ਨਹੀਂ ਜਾਂਦੀ। ਇੱਛਾਵਾਂ ਦਾ ਨਾ ਰਹਿ ਜਾਣਾ ਹੀ ਇੱਛਾਵਾਂ ਦਾ ਪੂਰੀਆਂ ਹੋ ਜਾਣਾ ਹੁੰਦਾ ਹੈ। ਫਰੀਦ ਸਾਹਿਬ ਆਖਦੇ ਨੇ, ਕੰਨੀ ਬੁੱਝੇ ਦੇ ਰਹਾਂ। ਬੁੱਝੇ ਦਾ ਮਤਲਬ ਹੈ ਅਸੀਂ ਕਿਸੇ ਢੰਗ ਨਾਲ ਕੰਨਾਂ ਨੂੰ ਬੰਦ ਕਰ ਛੱਡੀਏ, ਉਹਨੂੰ ਬੁੱਝੇ ਦੇਣਾ ਕਹਿੰਦੇ ਨੇ। ਈਅਰ ਪਲੱਗ ਅੱਜ ਕੱਲ੍ਹ ਆ ਗਏ ਨੇ, ਉਹ ਲੋਕੀ ਲਗਾ ਲੈਂਦੇ ਨੇ। ਜਿਵੇਂ ਆਪਾਂ ਪਲੇਨ 'ਚ ਬੈਠੇ ਲਗਾ ਲੈਂਦੇ ਹਾਂ ਅਤੇ ਕੰਨ ਬੰਦ ਹੋ ਜਾਂਦੇ ਨੇ ਅਤੇ ਬਾਹਰਲੀ ਫਿਰ ਆਵਾਜ਼ ਨਹੀਂ ਆਉਂਦੀ। ਫਰੀਦ ਸਾਹਿਬ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਨੇ, ਕਹਿੰਦੇ ਨੇ, ਕੰਨੀ ਬੁੱਝੇ ਦੇ ਰਹਾਂ। ਮੈਂ ਤੇ ਭਾਈ ਇਹ ਸੋਚਿਆ ਕਿ ਮੈਂ ਆਪਣੇ ਕੰਨ ਹੀ ਬੰਦ ਕਰ ਛੱਡਾਂ। ਕਿੱਤੀ ਵੱਗੈ ਪਾਉਣੇ, ਜਿੰਨਾ ਮਰਜ਼ੀ ਭੌਂਕਦਾ ਰਵੇ, ਜਿੰਨੀ ਮਰਜ਼ੀ ਵਿਕਾਰਾਂ ਦੀ ਹਵਾ ਚੱਲੇ, ਹਨੇਰੀ ਚੱਲੇ। ਹਨੇਰੀ ਚੱਲਦੀ ਹੈ ਨਹੀਂ, ਜਦੋਂ ਆਪਾਂ ਬਾਹਰ ਨਿਕਲਦੇ ਹਾਂ, ਸੋਹਣੇ ਰੂਪ ਵੇਖਣ ਨੂੰ ਮਿਲਦੇ ਨੇ, ਸੋਹਣੀਆਂ ਗੱਡੀਆਂ ਮੋਟਰਾਂ ਵੇਖਣ ਨੂੰ ਮਿਲਦੀਆਂ ਨੇ, ਵੱਡੀਆਂ ਵੱਡੀਆਂ ਬਿਲਡਿੰਗਾਂ, ਸੋਹਣੇ ਸੋਹਣੇ ਘਰ ਵੇਖਣ ਨੂੰ ਮਿਲਦੇ ਨੇ, ਅਤੇ ਉਹੋ ਹੀ ਮਨ ਨੂੰ ਨਹੀਂ ਸਾਨੂੰ ਟੇਕ ਕੇ ਬਹਿਣ ਦਿੰਦੇ। ਹੋਰ ਕੀ ਹੁੰਦਾ ਹੈ? ਵੇਖੋ ਵੇਖੀ ਮੇਰੇ ਕੋਲ ਵੀ ਉਹ ਹੋਵੇ, ਮੇਰੇ ਕੋਲ ਵੀ ਆਹ ਹੋਵੇ। ਇਸ ਨੂੰ ਫਰੀਦ ਜੀ ਆਖਦੇ ਨੇ, ਕਿੱਤੀ ਵੱਗੈ ਪਾਉਣ। ਵਗਦੀ ਰਵੇ ਜਿੰਨੀ ਮਰਜ਼ੀ ਹਨੇਰੀ ਤੂਫਾਨ ਆਇਆ ਰਵੇ, ਮੈਂ ਤੇ ਇਹਦੀ ਸੁਣਦਾ ਹੀ ਨਹੀਂ। ਮੈਂ ਤੇ ਕੰਨਾਂ 'ਚ ਉਂਗਲਾਂ ਦੇ ਛੱਡੀਆਂ ਨੇ ਹੁਣ। ਸੋ ਜੀ, ਜੇ ਆਪਾਂ ਸੁਖੀ ਹੋਣਾ ਚਾਹੁੰਦੇ ਹਾਂ ਤੇ ਸਾਨੂੰ ਆਪਣੀਆਂ ਇੱਛਾਵਾਂ ਤੇ ਆਪਣੀਆਂ ਖਾਹਿਸ਼ਾਂ ਤੇ ਕੰਟਰੋਲ ਕਰਨਾ ਹੋਏਗਾ। ਜੇ ਕਾਬੂ ਪਾ ਲਵਾਂਗੇ ਤੇ ਸੁੱਖ ਦਾ ਜੀਵਨ ਜੀਵਾਂਗੇ, ਨਹੀਂ ਤੇ ਦੁੱਖਾਂ ਸੇਤੀ ਦੇਹ ਗਿਆ, ਸੂਲਾਂ ਸੇਤੀ ਰਾਤ। ਜੇ ਦਿਨ ਦੁੱਖਾਂ ਵਿੱਚ ਬੀਤੇਗਾ ਤੇ ਰਾਤ ਵੀ ਦੁੱਖਾਂ ਵਿੱਚ ਹੀ ਬੀਤਣੀ। ਉਹ ਕਦੀ ਸੁੱਖ ਦੀ ਨੀਂਦ ਨਹੀਂ ਆਉਣ ਵਾਲੀ। ਸੁੱਖ ਦੀ ਨੀਂਦ ਉਹ ਸੌਂਦੇ ਨੇ ਲੋਕ ਜਿਹੜੇ ਪ੍ਰਭੂ ਦੀ ਭਗਤੀ ਕਰਦੇ ਨੇ, ਚੰਗੇ ਕਰਮ ਕਮਾਉਂਦੇ ਨੇ, ਸੇਵਾ ਕਰਦੇ ਨੇ। ਉਹਨਾਂ ਦਾ ਦਿਨ ਸੁੱਖ ਨਾਲ ਬੀਤਦਾ ਹੈ ਅਤੇ ਰਾਤ ਵੀ ਉਹਨਾਂ ਦੀ ਸੁੱਖ ਨਾਲ ਬੀਤ ਜਾਂਦੀ ਏ। ਇਸੇ ਤਰ੍ਹਾਂ ਉਹਨਾਂ ਮਹਾਂਪੁਰਸ਼ਾਂ ਦੀ ਜਵਾਨੀ ਚੰਗੀ ਬੀਤ ਜਾਂਦੀ ਏ, ਉਹਨਾਂ ਦਾ ਬੁਢੇਪਾ ਵੀ ਸੌਖਾ ਲੰਘ ਜਾਂਦਾ ਹੈ। ਜਿਨ੍ਹਾਂ ਨੇ ਜਵਾਨੀ 'ਚ ਕੁਕਰਮ ਕਮਾਏ ਨੇ, ਬੁਢੇਪੇ ਵਿੱਚ ਫਿਰ ਪਏ ਵਿਲਕਦੇ ਨੇ ਮੰਜਿਆਂ 'ਤੇ। ਗੁਰੂ ਮਹਾਰਾਜ ਮਿਹਰ ਕਰਨ, ਅਸੀਂ ਗੁਰੂ ਮਹਾਰਾਜ ਦੇ ਆਖੇ ਲੱਗ ਕੇ ਭਜਨ ਕਰਿਆ ਕਰੀਏ, ਸਿਮਰਨ ਕਰਿਆ ਕਰੀਏ, ਸੇਵਾ ਕਰਿਆ ਕਰੀਏ, ਇਹਨਾਂ ਗੁਰੂ ਮਹਾਂਪੁਰਸ਼ਾਂ ਦੀ ਸੰਗਤ ਕਰਿਆ ਕਰੀਏ, ਤਾਂ ਜੋ ਸਾਡੀ ਜਵਾਨੀ ਵੀ ਚੰਗੀ ਬੀਤੇ, ਸਾਡਾ ਬੁਢੇਪਾ ਵੀ ਚੰਗਾ ਬੀਤੇ। ਉਹ ਜਿਹੜੀ ਲੰਮੀ ਨਦੀ ਦੱਸੀ ਹੈ ਨਾ ਫਰੀਦ ਜੀ ਨੇ, ਉਸ ਲੰਮੀ ਨਦੀ ਤੋਂ ਅਸੀਂ ਪਾਰ ਲੰਘ ਜਾਈਏ। ਇੰਨੇ ਕੁ ਬਚਨ ਤੁਸੀਂ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਤੁਸੀਂ ਪਿਆਰ ਨਾਲ ਬੈਠ ਕੇ ਗੁਰਬਾਣੀ ਵਿਚਾਰ ਸੁਣਿਆ ਹੈ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।